ਬੱਚੇ ਜਿਹੜੇ ਆਪਾਂ ਅੱਜ ਪੜ੍ਹਨ ਜਾ ਰਹੇ ਹਾਂ ਉਹ ਹੈ ਸਾਡਾ ਪੰਜਵਾਂ ਪਾਠ ਕਾਬਲੀ ਵਾਲਾ। ਇਹ ਇੱਕ ਕਹਾਣੀ ਹੈ ਜੋ ਰਾਬਿੰਦਰਨਾਥ ਟੈਗੋਰ ਦੀ ਲਿਖੀ ਹੋਈ ਹੈ। ਇਹ ਬਹੁਤ ਮਸ਼ਹੂਰ ਕਹਾਣੀ ਹੈ। ਇਸ ਦੇ ਉੱਪਰ ਫਿਲਮ ਵੀ ਬਣੀ ਹੋਈ ਹੈ। ਉਸ ਫਿਲਮ ਦਾ ਨਾਮ ਵੀ ਕਾਬਲੀ ਵਾਲਾ ਹੀ ਹੈ। ਆਓ ਇਹ ਪਾਠ ਪੜ੍ਹਦੇ ਹਾਂ। ਮੇਰੀ 5 ਕੁ ਸਾਲ ਦੀ ਛੋਟੀ ਬੇਟੀ ਮਿੰਨੀ ਪਲ ਭਰ ਵੀ ਚੁੱਪ ਨਹੀਂ ਬੈਠ ਸਕਦੀ। ਇੱਕ ਦਿਨ ਸਵੇਰੇ ਸਵੇਰੇ ਕਹਿਣ ਲੱਗੀ, ਬਾਬੂ ਜੀ, ਰਾਮ ਦਿਆਲ ਦਰਬਾਨ ਹੈ ਨਾ, ਉਹ ਕਾਗ ਨੂੰ ਕਾਂ ਕਹਿੰਦਾ ਹੈ। ਉਹਨੂੰ ਕੁਝ ਪਤਾ ਨਹੀਂ ਬਾਬੂ ਜੀ। ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਦੂਜੀ ਗੱਲ ਛੇੜ ਬਹਿੰਦੀ ਹੈ। ਵੇਖੋ ਬਾਬੂ ਜੀ, ਭੋਲਾ ਕਹਿੰਦਾ ਅਸਮਾਨ ਵਿੱਚ ਹਾਥੀ ਸੁੰਡ ਨਾਲ ਪਾਣੀ ਸੁੱਟਦਾ ਹੈ, ਇਸ ਕਰਕੇ ਮੀਂਹ ਪੈਂਦਾ ਹੈ। ਦੱਸੋ ਬਾਬੂ ਜੀ, ਭੋਲਾ ਝੂਠ ਬੋਲਦਾ ਹੈ ਨਾ? ਇਹ ਕਹਿ ਕੇ ਉਹ ਖੇਡਣ ਲੱਗ ਪਈ। ਮੇਰਾ ਘਰ ਸੜਕ ਦੇ ਕੰਢੇ ਤੇ ਹੈ। ਇੱਕ ਦਿਨ ਮਿੰਨੀ ਮੇਰੇ ਕਮਰੇ ਵਿੱਚ ਖੇਡ ਰਹੀ ਸੀ। ਅਚਾਨਕ ਖੇਡ ਛੱਡ ਕੇ ਖਿੜਕੀ ਵੱਲ ਦੌੜ ਗਈ ਅਤੇ ਬੜੇ ਜ਼ੋਰ ਨਾਲ ਚੀਕਣ ਲੱਗੀ, ਕਾਬਲੀ ਵਾਲੇ, ਉਹ ਕਾਬਲੀ ਵਾਲੇ। ਮੋਢਿਆਂ ਤੇ ਮੇਵਿਆਂ ਦੀ ਬੋਰੀ ਲਟਕਾਈ, ਹੱਥ ਵਿੱਚ ਅੰਗੂਰਾਂ ਦੀ ਟੋਕਰੀ ਫੜੀ, ਇੱਕ ਉੱਚਾ ਲੰਮਾ ਕਾਬਲੀ ਵਾਲਾ ਧੀਮੀ ਚਾਲ ਸੜਕ ਤੇ ਜਾ ਰਿਹਾ ਸੀ। ਜਿਵੇਂ ਹੀ ਉਹ ਸਾਡੇ ਘਰ ਵੱਲ ਮੁੜਿਆ, ਮਿੰਨੀ ਡਰ ਕੇ ਅੰਦਰ ਭੱਜ ਗਈ। ਉਹ ਡਰ ਗਈ ਕਿ ਕਿਧਰੇ ਉਹ ਉਸ ਨੂੰ ਫੜ ਕੇ ਨਾ ਲੈ ਜਾਵੇ। ਉਸ ਦੇ ਮਨ ਵਿੱਚ ਇਹ ਗੱਲ ਘਰ ਘਰ ਗਈ ਸੀ ਕਿ ਕਾਬਲੀ ਵਾਲੇ ਦੇ ਬੋਰੀ ਖੋਲ੍ਹਣ ਤੇ ਵਿੱਚੋਂ 2-4 ਬੱਚੇ ਨਿਕਲ ਸਕਦੇ ਹਨ। ਕਾਬਲੀ ਵਾਲੇ ਨੇ ਮੁਸਕਰਾ ਕੇ ਮੈਨੂੰ ਸਲਾਮ ਕੀਤੀ ਤੇ ਮੈਂ ਉਸ ਤੋਂ ਕੁਝ ਸੌਦਾ ਖਰੀਦਿਆ। ਫਿਰ ਉਹ ਪੁੱਛਣ ਲੱਗਾ, ਬਾਬੂ ਸਾਹਿਬ, ਤੁਹਾਡੀ ਬੱਚੀ ਕਿੱਥੇ ਹੈ? ਮੈਂ ਮਿੰਨੀ ਦਾ ਡਰ ਕੱਢਣ ਖਾਤਰ ਮਿੰਨੀ ਨੂੰ ਆਵਾਜ਼ ਦੇ ਕੇ ਬੁਲਾਇਆ। ਕਾਬਲੀ ਵਾਲਾ ਬੋਰੀ ਵਿੱਚੋਂ ਬਦਾਮ ਕਿਸ਼ਮਿਸ਼ ਕੱਢ ਕੇ ਮਿੰਨੀ ਨੂੰ ਦੇਣ ਲੱਗਾ, ਪਰ ਮਿੰਨੀ ਨੇ ਕੁਝ ਵੀ ਨਹੀਂ ਲਿਆ। ਡਰ ਨਾਲ ਉਹ ਮੇਰੀਆਂ ਲੱਤਾਂ ਨਾਲ ਚਿੰਬੜ ਗਈ। ਕਾਬਲੀ ਵਾਲੇ ਨਾਲ ਮਿੰਨੀ ਦੀ ਪਹਿਲੀ ਜਾਣ ਪਛਾਣ ਇਸ ਤਰ੍ਹਾਂ ਹੋਈ। ਕੁਝ ਦਿਨ ਬਾਅਦ ਮੈਂ ਕਿਸੇ ਜ਼ਰੂਰੀ ਕੰਮ ਕਰਕੇ ਬਾਹਰ ਜਾ ਰਿਹਾ ਸੀ ਕਿ ਕੀ ਦੇਖਦਾ, ਮਿੰਨੀ ਕਾਬਲੀ ਵਾਲੇ ਨਾਲ ਪਟਾਕ ਪਟਾਕ ਗੱਲਾਂ ਮਾਰ ਰਹੀ ਹੈ ਅਤੇ ਕਾਬਲੀ ਵਾਲਾ ਮੁਸਕਰਾਉਂਦਾ ਹੋਇਆ ਸੁਣ ਰਿਹਾ ਹੈ। ਮਿੰਨੀ ਦੀ ਝੋਲੀ ਬਦਾਮਾਂ ਤੇ ਕਿਸ਼ਮਿਸ਼ ਨਾਲ ਭਰੀ ਹੋਈ ਸੀ। ਮੈਂ ਕਾਬਲੀ ਵਾਲੇ ਨੂੰ ਇੱਕ ਅਠਿਆਨੀ ਦਿੰਦੇ ਹੋਏ ਕਿਹਾ, ਇਸ ਨੂੰ ਇਹ ਸਭ ਕੁਝ ਕਿਉਂ ਦਿੱਤਾ? ਅੱਗੇ ਤੋਂ ਨਾ ਦੇਣਾ। ਇੰਨਾ ਕਹਿ ਕੇ ਮੈਂ ਚਲਾ ਗਿਆ। ਕੁਝ ਦੇਰ ਤੱਕ ਕਾਬਲੀ ਵਾਲਾ ਮਿੰਨੀ ਨਾਲ ਗੱਲਾਂ ਕਰਦਾ ਰਿਹਾ। ਜਾਂਦਿਆਂ ਹੋਇਆਂ ਉਹ ਅਠਿਆਨੀ ਉਹ ਮਿੰਨੀ ਦੀ ਝੋਲੀ ਵਿੱਚ ਸੁੱਟ ਗਿਆ। ਜਦੋਂ ਮੈਂ ਘਰ ਵਾਪਸ ਆਇਆ ਤਾਂ ਦੇਖਿਆ ਮਿੰਨੀ ਦੀ ਮਾਂ ਉਸ ਨੂੰ ਕਾਬਲੀ ਵਾਲੇ ਤੋਂ ਅਠਿਆਨੀ ਲੈਣ ਕਰਕੇ ਡਾਂਟ ਰਹੀ ਸੀ। ਕਾਬਲੀ ਵਾਲਾ ਹਰ ਰੋਜ਼ ਆਉਂਦਾ ਰਿਹਾ। ਉਸਨੇ ਕਿਸ਼ਮਿਸ਼ ਬਦਾਮ ਦੇ ਕੇ ਮਿੰਨੀ ਦੇ ਛੋਟੇ ਜਿਹੇ ਦਿਲ ਤੇ ਕਬਜ਼ਾ ਕਰ ਲਿਆ ਸੀ। ਦੋਵੇਂ ਦੇਰ ਤੱਕ ਗੱਲਾਂ ਕਰਦੇ ਅਤੇ ਜ਼ੋਰ-ਜ਼ੋਰ ਦੀ ਹੱਸਦੇ। ਰਹਿਮਤ ਕਾਬਲੀ ਵਾਲੇ ਨੂੰ ਦੇਖਦਿਆਂ ਹੀ ਮੇਰੀ ਬੱਚੀ ਹੱਸਦੀ ਹੋਈ ਪੁੱਛਦੀ, ਕਾਬਲੀ ਵਾਲੇ, ਉਹ ਕਾਬਲੀ ਵਾਲੇ, ਤੇਰੀ ਬੋਰੀ ਵਿੱਚ ਕੀ ਹੈ? ਰਹਿਮਤ ਹੱਸਦਾ ਹੋਇਆ ਕਹਿੰਦਾ, ਹਾਥੀ। ਫਿਰ ਮਿੰਨੀ ਨੂੰ ਪੁੱਛਦਾ, ਤੂੰ ਸਹੁਰੇ ਕਦ ਜਾਵੇਂਗੀ? ਉਲਟਾ ਮਿੰਨੀ ਰਹਿਮਤ ਨੂੰ ਪੁੱਛਦੀ, ਤੂੰ ਸਹੁਰੇ ਕਦੋਂ ਜਾਵੇਂਗਾ? ਰਹਿਮਤ ਆਪਣਾ ਮੁੱਕਾ ਘੁਮਾ ਕੇ ਕਹਿੰਦਾ, ਮੈਂ ਸਹੁਰੇ ਨੂੰ ਮਾਰਾਂਗਾ। ਉਸਦੀ ਇਹ ਗੱਲ ਤੇ ਮਿੰਨੀ ਬਹੁਤ ਹੱਸਦੀ। ਹਰ ਸਾਲ ਸਰਦੀਆਂ ਦੇ ਅੰਤ ਵਿੱਚ ਕਾਬਲੀ ਵਾਲਾ ਆਪਣੇ ਦੇਸ਼ ਚਲਾ ਜਾਂਦਾ। ਜਾਣ ਤੋਂ ਪਹਿਲਾਂ ਉਹ ਸਭ ਲੋਕਾਂ ਤੋਂ ਪੈਸੇ ਉਗਰਾਉਣ ਤੇ ਲੱਗਿਆ ਰਹਿੰਦਾ। ਉਸਨੂੰ ਘਰ ਘਰ ਜਾਣਾ ਪੈਂਦਾ। ਫਿਰ ਵੀ ਉਹ ਦਿਨ ਵਿੱਚ ਇੱਕ ਵਾਰ ਮਿੰਨੀ ਨੂੰ ਜ਼ਰੂਰ ਮਿਲਣ ਆਉਂਦਾ। ਇੱਕ ਦਿਨ ਸਵੇਰੇ ਮੈਂ ਆਪਣੇ ਕਮਰੇ ਵਿੱਚ ਬੈਠਾ ਕੋਈ ਕੰਮ ਕਰ ਰਿਹਾ ਸੀ ਕਿ ਬਾਹਰ ਸੜਕ ਤੇ ਸ਼ੋਰ ਸੁਣਾਈ ਦਿੱਤਾ। ਦੇਖਿਆ ਕਿ ਰਹਿਮਤ ਨੂੰ 2 ਸਿਪਾਹੀ ਬੰਨ੍ਹ ਕੇ ਲਈ ਜਾ ਰਹੇ ਸਨ। ਰਹਿਮਤ ਦੇ ਕੁੜਤੇ ਤੇ ਦਾਗ ਲੱਗੇ ਹੋਏ ਸਨ। ਸਿਪਾਹੀ ਦੇ ਹੱਥ ਵਿੱਚ ਲਹੂ ਨਾਲ ਲਿਬੜਿਆ ਹੋਇਆ ਛੁਰਾ ਸੀ। ਕੁਝ ਸਿਪਾਹੀ ਤੋਂ ਤੇ ਕੁਝ ਰਹਿਮਤ ਦੇ ਮੂੰਹ ਤੋਂ ਸੁਣਿਆ ਕਿ ਸਾਡੇ ਗੁਆਂਢ ਵਿੱਚ ਰਹਿ ਰਹੇ ਇੱਕ ਆਦਮੀ ਨੇ ਰਹਿਮਤ ਤੋਂ ਇੱਕ ਚਾਦਰ ਖਰੀਦੀ ਸੀ ਤੇ ਉਸ ਵੱਲ ਕੁਝ ਪੈਸੇ ਰਹਿਮਤ ਦੇ ਉਧਾਰ ਰਹਿੰਦੇ ਸਨ, ਜਿਨ੍ਹਾਂ ਨੂੰ ਮੋੜਨ ਤੋਂ ਉਸਨੇ ਨਾਂਹ ਕਰ ਦਿੱਤੀ ਸੀ ਤੇ ਦੋਹਾਂ ਦਾ ਇਸ ਗੱਲ ਤੇ ਝਗੜਾ ਹੋ ਗਿਆ। ਕਾਬਲੀ ਵਾਲੇ ਨੇ ਉਸ ਨੂੰ ਛੁਰਾ ਮਾਰ ਦਿੱਤਾ।
ਇੰਨੇ ਨੂੰ ਕਾਬਲੀ ਵਾਲੇ ਕਹਿੰਦੀ ਹੋਈ ਮਿੰਨੀ ਬਾਹਰ ਆ ਗਈ ਤੇ ਰਹਿਮਤ ਦਾ ਚਿਹਰਾ ਪਲ ਭਰ ਲਈ ਖਿੜ ਗਿਆ। ਮਿੰਨੀ ਨੇ ਆਉਂਦਿਆਂ ਹੀ ਉਸਨੂੰ ਪੁੱਛਿਆ, ਤੂੰ ਸਹੁਰੇ ਜਾਵੇਂਗਾ? ਰਹਿਮਤ ਨੇ ਹੱਸ ਕੇ ਕਿਹਾ, ਉੱਥੇ ਹੀ ਤਾਂ ਜਾ ਰਿਹਾ ਹਾਂ। ਰਹਿਮਤ ਨੂੰ ਲੱਗਿਆ ਕਿ ਉਸਦੇ ਉੱਤਰ ਨਾਲ ਮਿੰਨੀ ਖੁਸ਼ ਨਹੀਂ ਹੋਈ, ਤਾਂ ਉਸਨੇ ਮੁੱਕਾ ਦਿਖਾ ਕੇ ਕਿਹਾ, ਸਹੁਰੇ ਨੂੰ ਮਾਰ ਦਿੰਦਾ, ਪਰ ਕੀ ਕਰਾਂ, ਮੇਰੇ ਹੱਥ ਬੰਨੇ ਹੋਏ ਹਨ। ਛੁਰਾ ਮਾਰਨ ਦੇ ਅਪਰਾਧ ਵਿੱਚ ਰਹਿਮਤ ਨੂੰ ਕਈ ਸਾਲਾਂ ਦੀ ਸਜ਼ਾ ਹੋਈ। ਕਾਬਲੀ ਵਾਲੇ ਵੱਲੋਂ ਮਿੰਨੀ ਦਾ ਧਿਆਨ ਹੌਲੀ-ਹੌਲੀ ਹਟ ਗਿਆ ਤੇ ਉਹ ਉਸ ਨੂੰ ਭੁੱਲ ਗਈ। ਕਈ ਸਾਲ ਲੰਘ ਗਏ। ਅੱਜ ਮੇਰੀ ਮਿੰਨੀ ਦਾ ਵਿਆਹ ਹੈ। ਲੋਕ ਆ ਜਾ ਰਹੇ ਹਨ। ਮੈਂ ਆਪਣੇ ਕਮਰੇ ਵਿੱਚ ਬੈਠਾ ਖਰਚੇ ਦਾ ਹਿਸਾਬ ਲਿਖ ਰਿਹਾ ਹਾਂ। ਕੀ ਦੇਖਦਾ ਹਾਂ ਕਿ ਰਹਿਮਤ ਸਾਹਮਣੇ ਖੜਾ ਸਲਾਮ ਕਰ ਰਿਹਾ ਹੈ। ਪਹਿਲਾਂ ਤਾਂ ਮੈਂ ਉਸਨੂੰ ਪਛਾਣ ਨਾ ਸਕਿਆ ਤੇ ਉਸ ਕੋਲ ਨਾ ਤਾਂ ਬੋਰੀ ਸੀ ਤੇ ਨਾ ਹੀ ਚਿਹਰੇ ਉੱਤੇ ਪਹਿਲਾਂ ਵਰਗੀ ਖੁਸ਼ੀ ਸੀ। ਬੜੇ ਗੌਰ ਨਾਲ ਦੇਖਿਆ, ਪਤਾ ਚੱਲਿਆ ਕਿ ਉਹ ਰਹਿਮਤ ਹੈ। ਮੈਂ ਪੁੱਛਿਆ, ਕਿਉਂ ਰਹਿਮਤ, ਕਦੋਂ ਆਇਆ? ਕੱਲ ਹੀ ਸ਼ਾਮ ਨੂੰ ਜੇਲ੍ਹ ਤੋਂ ਛੁੱਟਿਆ ਹਾਂ, ਉਸਨੇ ਦੱਸਿਆ। ਮੈਂ ਉਸਨੂੰ ਕਿਹਾ, ਅੱਜ ਮੇਰੇ ਘਰ ਵਿੱਚ ਇੱਕ ਜ਼ਰੂਰੀ ਕੰਮ ਹੈ। ਮੈਂ ਉਸ ਵਿੱਚ ਬਹੁਤ ਰੁੱਝਿਆ ਹੋਇਆ ਹਾਂ। ਅੱਜ ਤੂੰ ਚਲਾ ਜਾ, ਫਿਰ ਕਦੇ ਆਈਂ। ਉਹ ਉਦਾਸ ਹੋ ਕੇ ਜਾਣ ਲੱਗਿਆ, ਪਰ ਦਰਵਾਜ਼ੇ ਕੋਲ ਰੁਕ ਕੇ ਕੁਝ ਝਿਜਕਦਾ ਜਿਹਾ ਬੋਲਿਆ, ਕੀ ਮੈਂ ਜ਼ਰਾ ਬੱਚੀ ਨੂੰ ਨਹੀਂ ਦੇਖ ਸਕਦਾ? ਸ਼ਾਇਦ ਉਸਨੂੰ ਯਕੀਨ ਸੀ ਕਿ ਮਿੰਨੀ ਹੁਣ ਵੀ ਪਹਿਲਾਂ ਵਰਗੀ ਨਿੱਕੀ ਜਿਹੀ ਬੱਚੀ ਹੀ ਹੈ। ਉਹ ਪਹਿਲਾਂ ਵਾਂਗ ਹੀ ਕਾਬਲੀ ਵਾਲੇ ਪੁਕਾਰਦੀ ਭੱਜੀ ਆਵੇਗੀ। ਉਹਨਾਂ ਦੋਹਾਂ ਦੇ ਪੁਰਾਣੇ ਹਾਸੇ ਅਤੇ ਗੱਲਬਾਤ ਵਿੱਚ ਕੋਈ ਝਿਜਕ ਰੁਕਾਵਟ ਨਹੀਂ ਆਵੇਗੀ। ਮੈਂ ਉਸਨੂੰ ਕਿਹਾ, ਰਹਿਮਤ, ਅੱਜ ਘਰ ਵਿੱਚ ਬਹੁਤ ਕੰਮ ਹੈ, ਅੱਜ ਤੂੰ ਉਸਨੂੰ ਨਹੀਂ ਮਿਲ ਸਕੇਂਗਾ। ਉਹ ਕੁਝ ਉਦਾਸ ਹੋ ਗਿਆ ਅਤੇ ਸਲਾਮ ਕਰਕੇ ਦਰਵਾਜ਼ੇ ਵਿੱਚੋਂ ਬਾਹਰ ਨਿਕਲ ਗਿਆ। ਮੈਂ ਸੋਚ ਹੀ ਰਿਹਾ ਸੀ ਕਿ ਉਸਨੂੰ ਵਾਪਸ ਬੁਲਾਵਾਂ। ਇੰਨੇ ਨੂੰ ਉਹ ਆਪ ਹੀ ਵਾਪਸ ਮੁੜ ਆਇਆ ਅਤੇ ਬੋਲਿਆ, ਇਹ ਥੋੜ੍ਹਾ ਜਿਹਾ ਮੇਵਾ ਬੱਚੀ ਲਈ ਲਿਆਇਆ ਸਾਂ, ਉਸਨੂੰ ਦੇ ਦੇਣਾ। ਮੈਂ ਉਸਨੂੰ ਪੈਸੇ ਦੇਣੇ ਚਾਹੇ, ਪਰ ਉਸਨੇ ਕਿਹਾ, ਮਿਹਰਬਾਨੀ ਬਾਬੂ ਸਾਹਿਬ, ਪੈਸੇ ਰਹਿਣ ਦਿਓ। ਫਿਰ ਥੋੜ੍ਹਾ ਰੁਕ ਕੇ ਬੋਲਿਆ, ਤੁਹਾਡੀ ਬੱਚੀ ਵਰਗੀ ਮੇਰੀ ਵੀ ਇੱਕ ਬੱਚੀ ਹੈ। ਉਸਨੂੰ ਯਾਦ ਕਰਕੇ ਹੀ ਮੈਂ ਤੁਹਾਡੀ ਬੱਚੀ ਲਈ ਥੋੜ੍ਹਾ ਜਿਹਾ ਮੇਵਾ ਲਿਆਇਆ ਕਰਦਾ ਸਾਂ, ਸੌਦਾ ਵੇਚਣ ਲਈ ਨਹੀਂ ਸੀ ਆਇਆ ਕਰਦਾ। ਉਸਨੇ ਆਪਣੀ ਜੇਬ ਵਿੱਚ ਹੱਥ ਪਾ ਕੇ ਕਾਗਜ਼ ਦਾ ਇੱਕ ਟੁਕੜਾ ਕੱਢਿਆ ਤੇ ਮੇਰੇ ਵੱਲ ਵਧਾਇਆ। ਮੈਂ ਕੀ ਦੇਖਦਾ ਹਾਂ ਕਿ ਕਾਗਜ਼ ਦੇ ਇਸ ਨਿੱਕੇ ਜਿਹੇ ਟੁਕੜੇ ਉੱਤੇ ਦੋ ਨਿੱਕੇ-ਨਿੱਕੇ ਹੱਥਾਂ ਦੀ ਛਾਪ ਹੈ। ਹੱਥਾਂ ਤੇ ਕਾਲਖ ਲਾ ਕੇ ਕਾਗਜ਼ ਉੱਤੇ ਉਹਨਾਂ ਦੇ ਨਿਸ਼ਾਨ ਲਏ ਹੋਏ ਸਨ। ਆਪਣੀ ਬੱਚੀ ਦੀ ਇਸ ਯਾਦ ਨੂੰ ਸੀਨੇ ਨਾਲ ਲਾ ਕੇ ਰਹਿਮਤ ਹਰ ਸਾਲ ਕਲਕੱਤੇ ਦੀਆਂ ਗਲੀਆਂ ਵਿੱਚ ਸੌਦਾ ਵੇਚਣ ਆਉਂਦਾ ਸੀ। ਇਹ ਦੇਖ ਕੇ ਮੇਰੀਆਂ ਅੱਖਾਂ ਪਾਣੀ ਨਾਲ ਭਰ ਗਈਆਂ। ਸਭ ਕੁਝ ਭੁੱਲ ਕੇ ਮੈਂ ਉਸੇ ਵੇਲੇ ਮਿੰਨੀ ਨੂੰ ਬਾਹਰ ਬੁਲਾਇਆ। ਵਿਆਹ ਵੇਲੇ ਦੀ ਪੂਰੀ ਪੁਸ਼ਾਕ ਪਾਈ ਅਤੇ ਗਹਿਣਿਆਂ ਨਾਲ ਸਜੀ ਮਿੰਨੀ ਮੇਰੇ ਕੋਲ ਆ ਕੇ ਖੜ ਗਈ। ਉਸਨੂੰ ਦੇਖ ਕੇ ਪਹਿਲਾਂ ਤਾਂ ਰਹਿਮਤ ਕਾਬਲੀ ਵਾਲਾ ਹੱਕਾ ਬੱਕਾ ਰਹਿ ਗਿਆ। ਕਿੰਨਾ ਹੀ ਚਿਰ ਉਸ ਤੋਂ ਪਹਿਲਾਂ ਵਾਂਗ ਕੋਈ ਗੱਲ ਨਾ ਹੋ ਸਕੀ। ਫਿਰ ਥੋੜ੍ਹੇ ਜਿਹੇ ਚਿਰ ਬਾਅਦ ਹੱਸ ਕੇ ਬੋਲਿਆ, ਝੱਲੀ, ਸੱਸ ਦੇ ਘਰ ਜਾ ਰਹੀ ਏਂ? ਮਿੰਨੀ ਹੁਣ ਸੱਸ ਦਾ ਮਤਲਬ ਸਮਝਦੀ ਸੀ। ਸੰਗ ਨਾਲ ਉਸਦਾ ਚਿਹਰਾ ਲਾਲ ਹੋ ਗਿਆ। ਮਿੰਨੀ ਦੇ ਜਾਣ ਤੋਂ ਬਾਅਦ ਇੱਕ ਹੌਂਕਾ ਭਰ ਕੇ ਰਹਿਮਤ ਪੁੰਜੇ ਹੀ ਬੈਠ ਗਿਆ। ਸ਼ਾਇਦ ਇਸ ਘੜੀ ਉਹ ਸੋਚ ਰਿਹਾ ਸੀ ਕਿ ਉਸਦੀ ਬੱਚੀ ਵੀ ਇੰਨੇ ਚਿਰ ਵਿੱਚ ਮਿੰਨੀ ਜਿੱਡੀ ਹੋ ਗਈ ਹੋਵੇਗੀ। ਰੱਬ ਜਾਣੇ ਇਹਨਾਂ 8 ਸਾਲਾਂ ਵਿੱਚ ਉਸ 'ਤੇ ਕੀ ਬੀਤੀ ਹੋਵੇਗੀ। ਉਹ ਉਸਦੀ ਯਾਦ ਵਿੱਚ ਗੁੰਮ ਹੋ ਗਿਆ। ਮੈਂ ਕੁਝ ਰੁਪਏ ਕੱਢ ਕੇ ਉਸਦੇ ਹੱਥ 'ਤੇ ਰੱਖ ਦਿੱਤੇ ਤੇ ਕਿਹਾ, ਜਾ ਰਹਿਮਤ, ਹੁਣ ਤੂੰ ਵੀ ਆਪਣੀ ਬੱਚੀ ਕੋਲ ਆਪਣੇ ਦੇਸ ਚਲਾ ਜਾ।
ਬੱਚਿਓ, ਪਾਠ ਪੜ੍ਹਨ ਉਪਰੰਤ ਹੁਣ ਵਾਰੀ ਹੈ ਪਾਠ ਅਭਿਆਸ ਦੀ। ਸਭ ਤੋਂ ਪਹਿਲਾਂ ਹੈ ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ। ਮਿੰਨੀ ਦੀ ਉਮਰ ਕਿੰਨੀ ਹੈ? 7 ਸਾਲ, 5 ਸਾਲ, 9 ਸਾਲ। 5 ਸਾਲ। ਰਹਿਮਤ ਨੇ ਮੋਢਿਆਂ ਤੇ ਕੀ ਲਟਕਾਇਆ ਹੋਇਆ ਸੀ? ਅੰਗੂਰਾਂ ਦੀ ਟੋਕਰੀ, ਕੱਪੜੇ, ਮੇਵਿਆਂ ਦੀ ਬੋਰੀ। ਕਹਾਣੀ ਵਿੱਚ ਬੱਚਿਓ ਮੋਢਿਆਂ ਤੇ ਉਸਨੇ ਮੇਵਿਆਂ ਦੀ ਬੋਰੀ ਲਟਕਾਈ ਹੋਈ ਸੀ। ਕਾਬਲੀ ਵਾਲੇ ਨੂੰ ਆਪਣੇ ਦੇਸ਼ ਜਾਣ ਤੋਂ ਪਹਿਲਾਂ ਘਰ ਘਰ ਕਿਉਂ ਜਾਣਾ ਪੈਂਦਾ ਸੀ? ਪੈਸੇ ਉਗਰਾਉਣ ਲਈ, ਲੋਕਾਂ ਨੂੰ ਮਿਲਣ, ਸੁਗਾਤਾਂ ਦੇਣ ਲਈ। ਹਾਂ, ਬਿਲਕੁਲ ਸਹੀ, ਪਹਿਲਾ ਠੀਕ ਹੈ, ਪੈਸੇ ਉਗਰਾਉਣ ਲਈ। ਚੌਥਾ ਹੈ ਲੇਖਕ ਆਪਣੇ ਕਮਰੇ ਵਿੱਚ ਕੀ ਕਰ ਰਿਹਾ ਸੀ? ਸੌਂ ਰਿਹਾ ਸੀ, ਹਿਸਾਬ ਲਿਖ ਰਿਹਾ ਸੀ ਜਾਂ ਪੜ੍ਹ ਰਿਹਾ ਸੀ? ਹਿਸਾਬ ਲਿਖ ਰਿਹਾ ਸੀ। ਰਹਿਮਤ ਕਿਸ ਦੀ ਯਾਦ ਵਿੱਚ ਗੁੰਮ ਹੋ ਗਿਆ? ਮਿੰਨੀ ਦੀ ਯਾਦ ਵਿੱਚ, ਆਪਣੀ ਬੱਚੀ ਦੀ ਯਾਦ ਵਿੱਚ, ਪਤਨੀ ਦੀ ਯਾਦ ਵਿੱਚ। ਹਾਂ ਬੱਚਿਓ, ਕਹਾਣੀ ਦੇ ਵਿੱਚ ਦੇਖਿਆ ਤੁਸੀਂ ਕਿ ਰਹਿਮਤ ਆਪਣੀ ਬੱਚੀ ਦੀ ਯਾਦ ਵਿੱਚ ਗੁੰਮ ਹੋ ਗਿਆ। ਇਸ ਤੋਂ ਬਾਅਦ ਹੈ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਕਾਬਲੀ ਵਾਲੇ ਦਾ ਕੀ ਨਾਂ ਸੀ? ਬੱਚਿਓ, ਤੁਸੀਂ ਜਾਣਦੇ ਹੋ ਕਾਬਲੀ ਵਾਲੇ ਦਾ ਨਾਂ ਰਹਿਮਤ ਸੀ। ਮਿੰਨੀ ਦੇ ਮਨ ਵਿੱਚ ਕਿਹੜੀ ਗੱਲ ਘਰ ਕਰ ਗਈ ਸੀ? ਇਸ ਦਾ ਉੱਤਰ ਹੈ ਮਿੰਨੀ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਕਾਬਲੀ ਵਾਲਾ ਕਿਤੇ ਉਸ ਨੂੰ ਫੜ ਕੇ ਨਾ ਲੈ ਜਾਵੇ। ਤੀਸਰਾ ਛੋਟਾ ਪ੍ਰਸ਼ਨ ਹੈ ਮਿੰਨੀ ਦੀ ਮਾਂ ਉਸ ਨੂੰ ਕਿਉਂ ਡਾਂਟ ਰਹੀ ਸੀ? ਮਿੰਨੀ ਦੀ ਮਾਂ ਉਸ ਨੂੰ ਕਾਬਲੀ ਵਾਲੇ ਤੋਂ ਅਠਿਆਨੀ ਲੈਣ ਕਰਕੇ ਡਾਂਟ ਰਹੀ ਸੀ। ਚੌਥਾ ਪ੍ਰਸ਼ਨ ਹੈ ਕਾਗਜ਼ ਦੇ ਟੁਕੜੇ ਤੇ ਕਿਹੋ ਜਿਹੀ ਛਾਪ ਸੀ? ਇਸ ਦਾ ਉੱਤਰ ਹੈ ਕਾਗਜ਼ ਦੇ ਟੁਕੜੇ ਉੱਤੇ 2 ਨਿੱਕੇ ਨਿੱਕੇ ਹੱਥਾਂ ਦੀ ਛਾਪ ਸੀ। ਬੱਚਿਓ, ਇਹ ਛਾਪ ਕਿਸ ਦੀ ਸੀ? ਰਹਿਮਤ ਦੀ ਬੇਟੀ ਦੇ ਹੱਥਾਂ ਦੀ। ਅਗਲਾ ਪ੍ਰਸ਼ਨ ਹੈ ਰਹਿਮਤ ਭੁੰਜੇ ਕਿਉਂ ਬੈਠ ਗਿਆ? ਮਿੰਨੀ ਦੇ ਜਾਣ ਬਾਅਦ ਇੱਕ ਹੌਂਕਾ ਭਰ ਕੇ ਰਹਿਮਤ ਭੁੰਜੇ ਹੀ ਬੈਠ ਗਿਆ ਕਿਉਂਕਿ ਉਸਨੂੰ ਆਪਣੀ ਬੇਟੀ ਦੀ ਯਾਦ ਆ ਗਈ ਸੀ ਜੋ ਕਿ ਮਿੰਨੀ ਦੀ ਹੀ ਉਮਰ ਦੀ ਸੀ। ਬੱਚਿਓ, ਅੱਗੇ ਹਨ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਇਹਨਾਂ ਵਿੱਚੋਂ ਪਹਿਲਾ ਪ੍ਰਸ਼ਨ ਹੈ ਸ਼ੁਰੂ ਵਿੱਚ ਮਿੰਨੀ ਕਾਬਲੀ ਵਾਲੇ ਤੋਂ ਕਿਉਂ ਡਰਦੀ ਸੀ? ਅਸੀਂ ਕਹਾਣੀ ਸੁਣੀ ਹੈ, ਇਸ ਵਿੱਚ ਕੀ ਹੈ ਕਿ ਸ਼ੁਰੂ ਵਿੱਚ ਮਿੰਨੀ ਕਾਬਲੀ ਵਾਲੇ ਤੋਂ ਇਸ ਲਈ ਡਰਦੀ ਸੀ ਕਿ ਕਾਬਲੀ ਵਾਲਾ ਉਸਨੂੰ ਫੜ ਕੇ ਨਾ ਲੈ ਜਾਵੇ। ਉਸਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਕਾਬਲੀ ਵਾਲੇ ਦੀ ਬੋਰੀ ਖੁੱਲਣ ਤੇ ਵਿੱਚੋਂ 2-4 ਬੱਚੇ ਨਿਕਲ ਸਕਦੇ ਹਨ। ਦੂਸਰਾ ਪ੍ਰਸ਼ਨ ਕਾਬਲੀ ਵਾਲਾ ਕੀ ਕੰਮ ਕਰਦਾ ਸੀ? ਇਸ ਦਾ ਉੱਤਰ ਲਿਖੋ ਕਾਬਲੀ ਵਾਲਾ ਮੇਵੇ, ਕਿਸ਼ਮਿਸ਼, ਬਦਾਮ ਤੇ ਅੰਗੂਰ ਆਦਿ ਵੇਚਣ ਹਰ ਸਾਲ ਕਾਬਲ ਭਾਵ ਅਫਗਾਨਿਸਤਾਨ ਤੋਂ ਆਉਂਦਾ ਸੀ। ਤੀਸਰਾ ਪ੍ਰਸ਼ਨ ਹੈ ਕਾਬਲੀ ਵਾਲਾ ਮਿੰਨੀ ਨੂੰ ਕਿਉਂ ਮਿਲਣ ਆਉਂਦਾ ਸੀ? ਇਸ ਦਾ ਉੱਤਰ ਲਿਖੋ ਕਾਬਲੀ ਵਾਲਾ ਮਿੰਨੀ ਨੂੰ ਇਸ ਲਈ ਮਿਲਣ ਆਉਂਦਾ ਸੀ ਕਿਉਂਕਿ ਉਸ ਨੂੰ ਮਿੰਨੀ ਵਿੱਚ ਆਪਣੀ ਬੱਚੀ ਦੀ ਝਲਕ ਨਜ਼ਰ ਆਉਂਦੀ ਸੀ ਜਿਹੜੀ ਕਿ ਮਿੰਨੀ ਦੀ ਉਮਰ ਦੀ ਹੀ ਸੀ। ਇਸ ਲਈ ਉਹ ਮਿੰਨੀ ਲਈ ਮੇਵੇ ਲੈ ਕੇ ਆਉਂਦਾ ਸੀ। ਚੌਥਾ ਪ੍ਰਸ਼ਨ ਵਿਆਹ ਵਾਲੀ ਪੁਸ਼ਾਕ ਵਿੱਚ ਮਿੰਨੀ ਨੂੰ ਦੇਖ ਕੇ ਰਹਿਮਤ ਨੇ ਕੀ ਮਹਿਸੂਸ ਕੀਤਾ? ਇਸ ਦਾ ਉੱਤਰ ਮਿੰਨੀ ਨੂੰ ਵਿਆਹ ਵਾਲੀ ਪੁਸ਼ਾਕ ਵਿੱਚ ਦੇਖ ਕੇ ਰਹਿਮਤ ਹੱਕਾ ਬੱਕਾ ਰਹਿ ਗਿਆ। ਉਸ ਨੂੰ ਅਚਾਨਕ ਇਹ ਮਹਿਸੂਸ ਹੋ ਗਿਆ ਸੀ ਕਿ ਉਸ ਦੀ ਆਪਣੀ ਬੇਟੀ ਵੀ ਮਿੰਨੀ ਵਾਂਗ ਹੀ ਵੱਡੀ ਹੋ ਕੇ ਵਿਆਹ ਦੇ ਯੋਗ ਹੋ ਗਈ ਹੋਵੇਗੀ। ਪੰਜਵਾਂ ਪ੍ਰਸ਼ਨ ਪੈਸੇ ਦੇ ਕੇ ਲੇਖਕ ਨੇ ਕਾਬਲੀ ਵਾਲੇ ਨੂੰ ਕੀ ਕਿਹਾ? ਇਸ ਦਾ ਉੱਤਰ ਪੈਸੇ ਦੇ ਕੇ ਲੇਖਕ ਨੇ ਕਾਬਲੀ ਵਾਲੇ ਨੂੰ ਕਿਹਾ ਕਿ ਹੁਣ ਰਹਿਮਤ ਤੂੰ ਵੀ ਆਪਣੀ ਬੱਚੀ ਕੋਲ ਆਪਣੇ ਦੇਸ਼ ਚਲਾ ਜਾ। ਅੱਗੇ ਹੈ ਬੱਚਿਓ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਪਹਿਲਾ ਸ਼ਬਦ ਹੈ ਅਚਾਨਕ। ਇਸ ਦਾ ਵਾਕ ਲਿਖੋ ਸਾਡੇ ਘਰ ਅੱਜ ਅਚਾਨਕ ਹੀ ਮਹਿਮਾਨ ਆ ਗਏ। ਅਗਲਾ ਸ਼ਬਦ ਹੈ
ਧੀਮੀ। ਧੀਮੀ ਦਾ ਭਾਵ ਹੁੰਦਾ ਹੈ ਥੋੜੀ ਗਤੀ। ਇਸ ਦਾ ਵਾਕ ਲਿਖੋ। ਕਾਬਲੀ ਵਾਲਾ ਧੀਮੀ ਚਾਲ ਵਿੱਚ ਸੜਕ ਤੇ ਜਾ ਰਿਹਾ ਸੀ। ਅਗਲਾ ਸ਼ਬਦ ਹੈ ਹੌਲੀ ਹੌਲੀ। ਕੱਛੂ ਹੌਲੀ ਹੌਲੀ ਤੁਰਦਾ ਹੈ। ਅਗਲਾ ਸ਼ਬਦ ਲਿਖੋ ਬੱਚਿਓ ਝਿਜਕ। ਇਸ ਦਾ ਵਾਕ ਲਿਖੋ ਬੱਚਿਓ। ਗਲਤੀ ਕਰਕੇ ਮੁਆਫੀ ਮੰਗਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ। ਅਗਲਾ ਸ਼ਬਦ ਹੈ ਜਿਸ ਦਾ ਵਾਕ ਬਣਾਉਣਾ ਹੈ ਪੁਸ਼ਾਕ। ਇਸ ਦਾ ਵਾਕ ਹੈ ਮਿੰਨੀ ਨੂੰ ਵਿਆਹ ਵਾਲੀ ਪੁਸ਼ਾਕ ਵਿੱਚ ਦੇਖ ਕੇ ਰਹਿਮਤ ਹੱਕਾ ਬੱਕਾ ਰਹਿ ਗਿਆ। ਬੱਚੋ ਇਸ ਤੋਂ ਅੱਗੇ ਹੈ ਖਾਲੀ ਥਾਵਾਂ ਭਰੋ। ਪਹਿਲਾ ਹੈ ਕਾਬਲੀ ਵਾਲਾ ਖਾਲੀ ਥਾਂ ਚਾਲ ਵਿੱਚ ਸੜਕ ਤੇ ਜਾ ਰਿਹਾ ਸੀ। ਇੱਥੇ ਆਏਗਾ ਧੀਮੀ ਚਾਲ ਵਿੱਚ ਸੜਕ ਤੇ ਜਾ ਰਿਹਾ ਸੀ। ਦੂਸਰਾ ਹੈ ਡਰ ਨਾਲ ਉਹ ਮੇਰੀਆਂ ਖਾਲੀ ਥਾਂ ਨਾਲ ਚਿੰਬੜ ਗਈ। ਬੱਚੋ ਜਦੋਂ ਪਹਿਲੇ ਵਾਰ ਕਾਬਲੀ ਵਾਲੇ ਨੂੰ ਦੇਖਦੀ ਹੈ ਮਿੰਨੀ ਤਾਂ ਉਹ ਲੇਖਕ ਦੀਆਂ ਲੱਤਾਂ ਨਾਲ ਚਿੰਬੜ ਜਾਂਦੀ ਹੈ, ਤੇ ਇਸ ਲਈ ਇੱਥੇ ਆਏਗਾ ਡਰ ਨਾਲ ਉਹ ਮੇਰੀਆਂ ਲੱਤਾਂ ਨਾਲ ਚਿੰਬੜ ਗਈ। ਮਿੰਨੀ ਦੀ ਝੋਲੀ ਖਾਲੀ ਥਾਂ ਅਤੇ ਖਾਲੀ ਥਾਂ ਨਾਲ ਭਰੀ ਹੋਈ ਸੀ। ਹਾਂ ਬੱਚਿਓ, ਮਿੰਨੀ ਦੀ ਝੋਲੀ ਬਦਾਮਾਂ ਅਤੇ ਕਿਸ਼ਮਿਸ਼ ਨਾਲ ਭਰੀ ਹੋਈ ਸੀ। ਹਰ ਸਾਲ ਸਰਦੀਆਂ ਦੇ ਅੰਤ ਵਿੱਚ ਖਾਲੀ ਥਾਂ ਆਪਣੇ ਦੇਸ਼ ਚਲਿਆ ਜਾਂਦਾ। ਹਰ ਸਾਲ ਸਰਦੀਆਂ ਦੇ ਅੰਤ ਵਿੱਚ ਕਾਬਲੀ ਵਾਲਾ ਆਪਣੇ ਦੇਸ਼ ਚਲਿਆ ਜਾਂਦਾ। ਲਾਸਟ ਹੈ ਬੱਚਿਓ, ਮਿੰਨੀ ਦੇ ਜਾਣ ਬਾਅਦ ਇੱਕ ਹੌਂਕਾ ਭਰ ਕੇ ਖਾਲੀ ਥਾਂ ਭੁੰਜੇ ਹੀ ਬੈਠ ਗਿਆ। ਕੌਣ ਬੈਠ ਗਿਆ ਸੀ ਬੱਚਿਓ? ਰਹਿਮਤ। ਮਿੰਨੀ ਦੇ ਜਾਣ ਬਾਅਦ ਇੱਕ ਹੌਂਕਾ ਭਰ ਕੇ ਰਹਿਮਤ ਭੁੰਜੇ ਹੀ ਬੈਠ ਗਿਆ। ਇਸ ਤੋਂ ਬਾਅਦ ਬੱਚਿਓ ਕੁਝ ਸ਼ਬਦ ਦਿੱਤੇ ਹਨ, ਇਹਨਾਂ ਨੂੰ ਆਪਾਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖਣਾ ਹੈ। ਪਹਿਲਾ ਸ਼ਬਦ ਹੈ ਖਿੜਕੀ। ਬੱਚਿਓ ਇਸ ਨੂੰ ਆਪਾਂ ਹਿੰਦੀ ਵਿੱਚ ਖਿੜਕੀ ਲਿਖਦੇ ਹਾਂ ਔਰ ਅੰਗਰੇਜ਼ੀ ਵਿੱਚ ਵਿੰਡੋ। ਦੂਸਰਾ ਹੈ ਜਾਣ ਪਛਾਣ। ਜਾਣ ਪਛਾਣ ਨੂੰ ਆਪਾਂ ਹਿੰਦੀ ਵਿੱਚ ਲਿਖਦੇ ਹਾਂ ਜਾਣ ਪਹਿਚਾਨ ਔਰ ਅੰਗਰੇਜ਼ੀ ਵਿੱਚ ਇੰਟਰੋਡਕਸ਼ਨ। ਉਸ ਤੋਂ ਬਾਅਦ ਹੈ ਹਰ ਰੋਜ਼। ਹਰ ਰੋਜ਼ ਨੂੰ ਆਪਾਂ ਪ੍ਰਤੀ ਦਿਨ ਲਿਖ ਸਕਦੇ ਹਾਂ ਹਿੰਦੀ ਵਿੱਚ, ਔਰ ਅੰਗਰੇਜ਼ੀ ਵਿੱਚ ਲਿਖਾਂਗੇ ਡੇਲੀ। ਚੌਥਾ ਹੈ ਟੁਕੜਾ। ਟੁਕੜਾ ਹਿੰਦੀ ਵਿੱਚ ਆਪਾਂ ਟੁਕੜਾ ਹੀ ਲਿਖਦੇ ਹਾਂ ਔਰ ਅੰਗਰੇਜ਼ੀ ਵਿੱਚ ਪੀਸ। ਪੰਜਵਾਂ ਸ਼ਬਦ ਹੈ ਬੱਚਿਓ ਚਿਹਰਾ। ਚਿਹਰਾ ਜਿਹੜਾ ਹੈ ਸ਼ਬਦ, ਇਸ ਨੂੰ ਆਪਾਂ ਹਿੰਦੀ ਵਿੱਚ ਚਿਹਰਾ, ਅੰਗਰੇਜ਼ੀ ਵਿੱਚ ਫੇਸ। ਅੱਗੇ ਹੈ ਬੱਚਿਓ ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ। ਪਹਿਲਾ ਸ਼ਬਦ ਹੈ ਜ਼ਰੂਰੀ। ਇਸ ਨੂੰ ਇਸੇ ਤਰ੍ਹਾਂ ਲਿਖਣਾ ਹੈ ਪਰ ਜੱਜੇ ਦੇ ਪੈਰ ਵਿੱਚ ਬਿੰਦੀ ਪੈਣੀ ਹੈ। ਦੂਸਰਾ ਸ਼ਬਦ ਹੈ ਸਹੁਰਾ। ਸਹੁਰਾ ਗਲਤ ਲਿਖਿਆ ਹੈ, ਇੱਥੇ ਕਨੌੜਾ ਕੱਟਿਆ ਜਾਣਾ ਹੈ ਔਰ ਹਾਹੇ ਨੂੰ ਔਂਕੜ ਪਾ ਕੇ ਲਿਖਣਾ ਹੈ ਸਹੁਰਾ। ਮਿਲਣ ਸ਼ਬਦ ਨੂੰ ਲਿਖਣਾ ਹੈ ਮਿਲਨ, ਔਰ ਚਿਹਰਾ ਸ਼ਬਦ ਜਿਹੜਾ ਹੈ ਇਸ ਨੂੰ ਸਿਹਾਰੀ ਨਾਲ ਲਿਖਣਾ ਹੈ ਚਿਹਰਾ। ਚੱਚੇ ਨੂੰ ਸਿਹਾਰੀ, ਹਾਹਾ, ਰਾਰੇ ਨੂੰ ਕੰਨਾ, ਚਿਹਰਾ। ਉਸ ਤੋਂ ਬਾਅਦ ਹੈ ਸ਼ਬਦ ਕੁਝ। ਕੁਝ ਬੱਚਿਓ ਗਲਤ ਲਿਖਿਆ ਹੈ, ਇੱਥੇ ਚੱਜਾ ਪਏਗਾ ਤਾਂ ਸ਼ਬਦ ਲਿਖਦੇ ਹਾਂ ਕੱਕੇ ਔਂਕੜ ਚੱਜਾ ਕੁਝ। ਉਸ ਤੋਂ ਬਾਅਦ ਹੈ ਸੌਦਾ। ਸੌਦਾ ਲਿਖਣ ਲਈ ਆਪਾਂ ਕਨੌੜੇ ਦਾ ਪ੍ਰਯੋਗ ਕਰਾਂਗੇ। ਸੱਸੇ ਨੂੰ ਕਨੌੜਾ ਸੌ, ਦੱਦੇ ਨੂੰ ਕੰਨਾ ਦਾ, ਸੌਦਾ। ਬੱਚਿਓ ਆਪਣਾ ਖਿਆਲ ਰੱਖੋ, ਪਾਠ ਨੂੰ ਚੰਗੀ ਤਰ੍ਹਾਂ ਪੜ੍ਹੋ ਅਤੇ ਇਸ ਦੇ ਅਭਿਆਸ ਨੂੰ ਹੱਲ ਕਰਕੇ ਆਪਣੀਆਂ ਕਾਪੀਆਂ ਵਿੱਚ ਲਿਖੋ। ਧੰਨਵਾਦ।